CKSP 600 AM ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਹੋ ਤੁਸੀਂ। ਮੈਂ ਹਾਂ ਸਮੀਰ ਕੌਸ਼ਲ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਔਰ ਜਿਸ ਤਰ੍ਹਾਂ ਸਵੇਰੇ ਅੱਜ ਤੁਹਾਨੂੰ ਦੱਸਿਆ ਸੀ ਕਿ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਕਈ ਮਹੱਤਵਪੂਰਨ ਗੈਸਟ ਜਿਹੜੇ ਸ਼ਾਮਿਲ ਹੋਣਗੇ। ਸਭ ਤੋਂ ਪਹਿਲਾਂ ਜਿਹੜੀ ਅਸੀਂ ਗੱਲਬਾਤ ਕਰਾਂਗੇ ਜਸਟਿਨ ਟਰੂਡੋ ਜਿਹੜੇ ਸਾਡੇ ਮਾਨਯੋਗ ਪ੍ਰਾਈਮ ਮਿਨਿਸਟਰ ਨੇ, ਉਹਨਾਂ ਦੀ ਫੇਰੀ ਜਿਹੜੀ ਹੈ ਲੋਅਰ ਮੇਨਲੈਂਡ ਦੀ, ਖਾਸ ਤੌਰ 'ਤੇ BC ਦੀ, ਉਹ ਪਿਛਲੇ ਹਫ਼ਤੇ ਇੱਥੇ ਰਹੀ। ਬਹੁਤ ਐਕਟਿਵਲੀ ਉਹਨਾਂ ਨੇ ਇਨਵੋਲਵਮੈਂਟ ਕੀਤੀ ਕਮਿਊਨਿਟੀ ਦੇ ਵਿੱਚ। ਜਿਹੜੇ ਸਾਡੇ ਮਾਨਯੋਗ ਪ੍ਰੀਮੀਅਰ ਨੇ ਉਹਨਾਂ ਨੂੰ ਵੀ ਮਿਲੇ, ਔਰ ਇੱਥੋਂ ਦੇ ਜਿਹੜੇ ਲੋਕਲ ਲੀਡਰਸ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ, ਔਰ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਫੇ ਨੇ ਉਹ ਵੰਡ ਕੇ ਗਏ ਨੇ। ਕਈ ਤਰ੍ਹਾਂ ਦੇ ਜਿਹੜੇ ਨਵੀਆਂ ਅਨਾਊਂਸਮੈਂਟਸ ਨੇ ਉਹ ਕਰਕੇ ਗਏ ਨੇ। ਉਹ ਕੈਨੇਡੀਅਨਸ ਨੂੰ ਕਿਸ ਤਰੀਕੇ ਨਾਲ ਫਾਇਦਾ ਕਰਨਗੀਆਂ, ਇਹਦੇ ਬਾਰੇ ਫੈਡਰਲ ਪੁਆਇੰਟ ਆਫ ਵਿਊ ਤੋਂ ਅਸੀਂ ਗੱਲਬਾਤ ਕਰਾਂਗੇ। ਸਰੀ ਨਿਊਟਨ ਦੇ ਮੈਂਬਰ ਆਫ ਪਾਰਲੀਮੈਂਟ ਮਾਨਯੋਗ ਸੁਖ ਧਾਲੀਵਾਲ ਇਸ ਵੇਲੇ ਸਾਡੇ ਨਾਲ ਸਟੂਡੀਓ ਦੇ ਵਿੱਚ ਸ਼ਾਮਿਲ ਹੋਏ ਨੇ ਸਾਡੀ ਰਿਕੁਐਸਟ ਦੇ ਉੱਤੇ। ਸਭ ਤੋਂ ਪਹਿਲਾਂ ਧਾਲੀਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਸ਼ਾਮਿਲ ਹੋਏ ਜੀ। ਸਮੀਰ ਜੀ, ਧੰਨਵਾਦ ਤੁਹਾਡਾ ਵੀ ਕਿ ਤੁਸੀਂ ਆਪਣੇ ਸਰੋਤਿਆਂ ਰੂਬਰੂ ਕਰਨ ਚੱਲੇ। ਮੇਰੇ ਵੱਲੋਂ ਤੁਹਾਨੂੰ ਔਰ ਸਾਰੇ ਤੁਹਾਡੇ ਸਰੋਤੇ ਜਿਹੜੇ ਉਹਨਾਂ ਨੂੰ ਬਹੁਤ ਪਿਆਰ ਅਤੇ ਬਹੁਤ ਸਤਿਕਾਰ ਅਤੇ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜੀ। ਧਾਲੀਵਾਲ ਸਾਹਿਬ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਸਟਿਨ ਟਰੂਡੋ ਹੋਣਾ ਦੀ ਜਿਹੜੀ ਇਹ ਫੇਰੀ ਸੀ, ਇਹ ਕਿਸ ਤਰੀਕੇ ਨਾਲ ਬ੍ਰਿਟਿਸ਼ ਕੋਲੰਬੀਅਨਸ ਦੇ ਵਾਸਤੇ ਔਰ ਖ਼ਾਸ ਤੌਰ 'ਤੇ ਲੋਅਰ ਮੇਨਲੈਂਡ ਦੇ ਲੋਕਾਂ ਦੇ ਵਾਸਤੇ ਫ਼ਾਇਦੇਮੰਦ ਸਾਬਤ ਹੋਏਗੀ? ਦੇਖੋ, ਤੁਸੀਂ ਜਿਸ ਤਰ੍ਹਾਂ ਕਿਹਾ ਕਿ ਲੋਅਰ ਮੇਨਲੈਂਡ ਲਈ ਕਿਸ ਤਰ੍ਹਾਂ ਇਹ ਫਾਇਦੇਮੰਦ ਹੋਏਗੀ, ਜਿਹੜੇ ਨੇ ਜਦੋਂ ਇਨਫਰਾਸਟਰਕਚਰ ਦੀ ਗੱਲ ਆਉਂਦੀ ਹੈਗੀ ਆ ਤਾਂ ਲਿਬਰਲ ਗੌਰਮੈਂਟਸ ਆਲਵੇਜ਼ ਡੂ ਵੈਲ। ਜੇ ਪਹਿਲਾਂ ਵੀ ਦੇਖੋ, ਪਾਲ ਮਾਰਟਨ ਸੀਗੇ, ਉਹਨਾਂ ਨੇ ਸਾਊਥ ਫਰੇਜ਼ਰ ਪੈਰੀਮੀਟਰ ਰੋਡ, ਹਾਈਵੇ 10 ਦੀ ਵਾਈਡਨਿੰਗ, 176 ਜਿਹੜੀ ਸੀਗੀ ਬਾਰਡਰ, ਉਹਦੀ ਵਾਈਡਨਿੰਗ ਦੀ ਗੱਲ ਕਰੀਏ, ਇਹ ਸਾਰੀ ਮਨੀ ਉਹ ਜਿਹੜੀ ਸੀ ਉਸ ਵੇਲੇ ਐਲੋਕੇਟ ਕਰਕੇ ਗਏ ਸੀਗੇ। ਉਸ ਤੋਂ ਬਾਅਦ ਹੁਣ ਦੇਖਿਆ ਜਾਵੇ ਤਾਂ ਬਹੁਤ ਜਿਹੜੀ ਸੀ ਡਿਮਾਂਡ ਉੱਠ ਰਹੀ ਸੀ ਕਿ ਜਿਹੜੀ ਸਕਾਈ ਟ੍ਰੇਨ ਹੈ, ਕਿਉਂਕਿ ਵੱਧ ਰਹੀ ਪਾਪੂਲੇਸ਼ਨ ਜਦੋਂ ਦੇਖਦੇ ਹਾਂ, ਚਾਹੇ ਉਹ ਸਰੀ ਦੇ ਵਿੱਚ ਆ ਚਾਹੇ ਲੈਂਗਲੀ ਦੇ ਵਿੱਚ ਆ, ਇਸ ਵੇਲੇ ਜਿਹੜੀ ਆ ਉਹ ਟਰਾਂਸਪੋਰਟੇਸ਼ਨ ਦੀ ਬੜੀ ਵੱਡੀ ਜ਼ਰੂਰਤ ਸੀਗੀ। ਉਹਦੇ ਉੱਤੇ ਸਾਰੇ ਅਸੀਂ MPs ਨੇ ਰਲ ਕੇ ਜਿਹੜਾ ਸੀਗਾ ਇਹ ਲੌਬੀ ਕੀਤੀ ਵੀ ਜਿਹੜਾ ਵਾ ਸਕਾਈ ਟ੍ਰੇਨ ਜਿਹੜੀ ਹੈਗੀ ਆ ਉਹ ਸਰੀ ਤੋਂ ਲੈਂਗਲੀ ਸਿਟੀ ਤੱਕ ਜਿਹੜੀ ਆ ਉਹ ਜਾਣੀ ਚਾਹੀਦੀ। ਅਤੇ ਪ੍ਰਾਈਮ ਮਿਨਿਸਟਰ ਆਏ, ਉਹਨਾਂ ਨੇ ਸੂਬੇ ਦੇ ਨਾਲ, ਪ੍ਰੀਮੀਅਰ ਹੌਰਗਨ ਦੇ ਨਾਲ ਅਤੇ ਲੋਕਲ ਜਿਹੜੇ ਨੇ ਟਰਾਂਸਲਿੰਕ ਮੇਅਰਸ ਦੇ ਨਾਲ ਮਿਲ ਕੇ ਜਿਹੜਾ ਹੈਗਾ ਉਹ ਅਨਾਊਂਸਮੈਂਟ ਕੀਤੀ ਕਿ ਜਿਹੜੀ ਮਿਲੀਨੀਅਮ ਲਾਈਨ ਹੈਗੀ ਆ ਉਹ ਯੂਨੀਵਰਸਿਟੀ UBC ਤੱਕ ਐਕਸਟੈਂਸ਼ਨ ਹੋਏਗੀ, ਔਰ ਨਾਲ ਹੀ ਜਿਹੜਾ ਹੈਗਾ ਲੌਂਗ ਓਵਰਡਿਊਸ ਜਿਹੜੀ ਸੀਗੀ ਕਿੰਗ ਜੋਰਜ ਸਟੇਸ਼ਨ ਤੋਂ ਲੈ ਕੇ ਲੈਂਗਲੀ ਸਿਟੀ ਤੱਕ ਜਿਹੜੀ ਹੈ ਸਕਾਈ ਟ੍ਰੇਨ ਜਾਊ, ਜਿਹਦੇ ਲਈ 1.3 ਬਿਲੀਅਨ ਡਾਲਰ ਜਿਹੜੇ ਨੇ ਤਕਰੀਬਨ ਉਹ ਫੈਡਰਲ ਗੌਰਮੈਂਟ ਪਾਏਗੀ। 40% ਜਿਹੜਾ ਨੇ ਉਹ ਫੈਡਰਲ ਗੌਰਮੈਂਟ ਨੇ ਪਾਉਣੇ ਆ, 40% ਜਿਹੜੇ ਨੇ ਉਹ ਪ੍ਰੋਵਿੰਸ਼ੀਅਲ ਗੌਰਮੈਂਟ ਪਾਏਗੀ, ਔਰ 20% ਜਿਹੜਾ ਹੈਗਾ ਉਹ ਟਰਾਂਸਲਿੰਕ ਐਂਡ ਜਿਹੜੀਆਂ ਲੋਕਲ ਮਿਊਨਿਸਪੈਲਿਟੀ ਜਿਹੜੀਆਂ ਉਹਨਾਂ 'ਤੇ ਉਹ ਹੋਏਗਾ। ਔਰ ਇੱਕ ਬਹੁਤ ਵਧੀਆ ਜਿਹੜੀ ਹੈਗੀ ਆ ਅਨਾਊਂਸਮੈਂਟ ਜਿਹੜੀ ਸੀਗੀ ਇਹ ਹੈ। ਇਹਦੇ ਨਾਲ ਜਿਹੜੇ ਨੇ 8 ਤਕਰੀਬਨ ਸਟੇਸ਼ਨ ਬਣ ਗਏ ਟ੍ਰੇਨ ਦੇ ਅਲੋਂਗ ਦਾ ਪਾਥ। 3 ਬੱਸ ਐਕਸਚੇਂਜਸ ਜਿਹੜੀਆਂ ਉਹ ਬਣ ਗਈਆਂ। ਬਾਕੀ ਰਾਈਡ ਜਿਹੜੀ ਹੈਗੀ ਆ ਸ਼ੇਅਰ ਉਹ ਪਾਰਕਿੰਗ ਵਗੈਰਾ ਹੋਏਗੀ। ਇਹਦੇ ਨਾਲ ਕੀ ਹੈਗਾ ਕਿ ਇੱਕ ਤਾਂ ਜਿਹੜੇ ਨੇ ਸਟੂਡੈਂਟਸ ਨੂੰ ਇਹਦਾ ਬਹੁਤ ਫਾਇਦਾ ਹੋਊਗਾ, ਠੀਕ ਹੈ ਨਾ। ਦੂਸਰਾ ਜਿਹੜਾ ਆਮ ਸਧਾਰਨ ਇਨਸਾਨ ਆ ਉਹਨੂੰ, ਔਰ ਇਹ ਵੀ ਕਿਹਾ ਗਿਆ ਵੀ ਤਕਰੀਬਨ 25 ਤੋਂ 30 ਹਜ਼ਾਰ ਦੇ ਕਰੀਬ ਰਾਈਡਰ ਜਿਹੜੇ ਉਹਦੇ ਉੱਤੇ ਚੜ੍ਹਨਗੇ। ਜੇ 70 ਹਜ਼ਾਰ ਦੇ ਕਰੀਬ ਉਹ ਰਾਈਡਰਸ਼ਿਪ ਹੈਗੀ, 250 ਤੱਕ ਜਾਂ 235 ਤੱਕ ਵੱਧਦੇ ਹੈਗੇ ਆ। ਉਹਦੇ ਵਿੱਚ ਇਹ ਜਿਹੜੇ ਨੇ ਇਹ ਉਹ ਰਾਈਡਰ ਹੋਣਗੇ ਜਿਹੜੇ ਦੂਸਰੇ ਮੋਡ ਆਫ ਟਰਾਂਸਪੋਰਟੇਸ਼ਨ ਨੂੰ ਪਰੇ ਛੱਡ ਕੇ ਇਹਦੇ 'ਤੇ ਆਉਣਗੇ। ਇਹਦੇ ਨਾਲ ਜਿਹੜਾ ਹੈਗਾ ਉਹ ਇਨਵਾਇਰਮੈਂਟ ਨੂੰ ਵੀ ਫਾਇਦਾ ਹੋਊ, ਕਿਉਂਕਿ ਜਿਹੜੀ ਸਾਡੀ ਇਨਵਾਇਰਮੈਂਟਲ ਪਾਲਿਸੀ ਹੈਗੀ ਫੈਡਰਲ ਗੌਰਮੈਂਟ ਦੀ ਉਹ ਹੈਗੀ ਵੀ 2050 ਤੱਕ ਅਸੀਂ ਜ਼ੀਰੋ ਨੈਟ ਐਮਿਸ਼ਨ ਜਿਹੜੀਆਂ ਨੇ ਉਹ ਕ੍ਰੀਏਟ ਕਰਨੀਆਂ। ਸੋ ਜਦੋਂ ਇਨਵਾਇਰਮੈਂਟ ਦੀ ਗੱਲ ਕਰਦੇ ਹੈਗੇ ਆ ਔਰ ਜਿਹੜੀ ਆ ਇਨਫਰਾਸਟਰਕਚਰ ਦੀ ਗੱਲ ਕਰਦੇ ਆ, ਨਾਲ ਹੀ ਜਿਹੜੀਆਂ ਨੇ ਤਕਰੀਬਨ 3000 ਦੇ ਕਰੀਬ ਜਿਹੜੀਆਂ ਨੇ ਉਹ ਜਿਹੜੀਆਂ ਜੋਬ ਜਿਹੜੀਆਂ ਉਹ ਵੀ ਕ੍ਰੀਏਟ ਹੋਣਗੀਆਂ। ਔਰ ਇਹਦੇ 'ਚ ਇੱਕ ਅਨਾਊਂਸਮੈਂਟ ਉਸ ਤੋਂ ਪਹਿਲਾਂ ਕੋਕਟਲਮ ਦੇ ਵਿੱਚ ਵੀ ਕਰਕੇ ਗਏ ਸੀ, ਚਾਈਲਡ ਕੇਅਰ ਨੂੰ ਲੈ ਕੇ। ਇਹ ਵੀ ਬੜੀ ਦੇਰ ਦੀ ਡਿਮਾਂਡ ਦੇ ਵਿੱਚ ਸੀ। ਇਹ ਵੀ ਸਿੱਧੇ ਤੌਰ 'ਤੇ ਫਾਇਦਾ ਕਰੇਗੀ ਪਰਿਵਾਰਾਂ ਨੂੰ? ਬਿਲਕੁਲ ਸਹੀ ਹੈ। ਦੇਖੋ, ਮੈਂ ਆਪਣੀ ਕੰਸਟੀਚੁਐਂਸੀ ਦੀ ਗੱਲ ਕਰ ਸਕਦਾ। ਜੇ ਤੁਸੀਂ ਦੇਖਦੇ ਹੈਗੇ ਹੋ ਸਟੈਟਿਸਟਿਕ ਦੇਖੋ, ਸਾਰਿਆਂ ਨੂੰ ਵੱਧ ਜਿਹੜੀ ਚਾਈਲਡ ਕੇਅਰ ਕੈਨੇਡਾ ਚਾਈਲਡ ਬੈਨੀਫਿਟ ਹੈਗਾ ਉਹ ਸਰੀ ਨਿਊਟਨ ਦੇ ਵਿੱਚ ਆ ਰਿਹਾ ਸੀਗਾ। ਤਕਰੀਬਨ 8 ਮਿਲੀਅਨ ਡਾਲਰ ਦੇ ਕਰੀਬ ਪਰ ਮੰਥ ਜਿਹੜਾ ਸੀ ਉਹ ਮਨੀ ਜਿਹੜੀ ਆ ਉਹ ਬੱਚਿਆਂ ਨੂੰ ਆ ਰਹੀ, ਕਿਉਂਕਿ ਜਿਹੜਾ ਚਾਈਲਡ ਕੇਅਰ ਇਸ ਵੇਲੇ ਜਿਹੜੀ ਆ ਉਹ ਇੱਕ ਐਸੈਂਸ਼ੀਅਲ ਸਰਵਿਸ ਬਣ ਗਈ। ਇੱਕ ਇਹ ਨਹੀਂ ਵੀ ਲਗਜ਼ਰੀ ਨਹੀਂ ਹੈਗੀ, ਇਨਫੈਕਟ ਜਿਹੜੀ ਹੈ ਇਹ ਐਸੈਂਸ਼ੀਅਲ ਸਰਵਿਸ ਹੈਗੀ। ਉਸ ਨੂੰ ਮੱਦੇਨਜ਼ਰ ਰੱਖ ਕੇ ਜਿਹੜਾ ਹੈਗਾ ਅਸੀਂ ਸੂਬਿਆਂ ਦੇ ਨਾਲ ਰਲ ਕੇ ਜਿਹੜਾ ਵਾ ਉਹ $10 ਇਹ ਡੇ ਜਿਹੜਾ ਵਾ ਉਹ ਡੇ ਕੇਅਰ ਜਿਹੜਾ ਵਾ ਆਉਣ ਵਾਲੇ ਸਮੇਂ 'ਚ ਲੈ ਕੇ ਆਉਣਾ, ਔਰ ਉਹਦੇ ਵਿੱਚ ਅਸੀਂ 3.2 ਬਿਲੀਅਨ ਡਾਲਰ ਦੇ ਕਰੀਬ ਜਿਹੜੀ ਆ ਉਹ ਇਨਵੈਸਟਮੈਂਟ ਜਿਹੜੀ ਆ ਉਹ ਕਰਨੀ ਹੈਗੀ। ਇਮੀਡੀਏਟਲੀ ਜਦੋਂ ਆਪਾਂ 2022 ਤੱਕ ਦੇਖਦੇ ਹਾਂ ਤਾਂ ਚਾਈਲਡ ਕੇਅਰ ਦੀ ਜਿਹੜੀ ਹੈਗੀ ਆ ਉਹ
ਕੋਸਟ ਜਿਹੜੀ ਆ ਉਹ 50% ਰਹਿ ਜਾਣੀ ਆ ਔਰ 30,000 ਤਕਰੀਬਨ ਨਵੇਂ ਸਪਾਟ ਜਿਹੜੇ ਨੇ ਉਹ 2026 ਤੱਕ ਜਦੋਂ 2028 ਦੀ ਗੱਲ ਕਰਦੇ ਹਾਂ ਤਕਰੀਬਨ ਹੋਰ 10,000 ਦੇ ਕਰੀਬ ਸਪਾਟ ਜਿਹੜੇ ਨੇ ਉਹ ਸੂਬੇ ਨੂੰ ਕਿਹਾ ਵੀ ਤੁਸੀਂ ਕ੍ਰੀਏਟ ਕਰੋ। ਉਹਦੇ ਵਿੱਚ ਪ੍ਰੀਮੀਅਰ ਹਾਰਗਨ ਅਤੇ ਪ੍ਰਾਈਮ ਮਿਨਿਸਟਰ ਨੇ ਜਿਹੜਾ ਹੈਗਾ ਉਹ ਰਲ ਕੇ ਇਹ ਅਨਾਊਂਸਮੈਂਟ ਕੀਤੀ। $10 ਇਹ ਡੇ ਕੇਅਰ ਜਿਹੜਾ ਹੈਗਾ ਇਹਦਾ ਵੱਡਾ ਫਾਇਦਾ ਜਿਹੜੇ 6 ਸਾਲ ਤੋਂ ਥੱਲੇ ਬੱਚੇ ਹੈਗੇ ਆ ਉਹ ਆਮ ਸਧਾਰਨ ਪਰਿਵਾਰ ਜਿਨ੍ਹਾਂ ਨੂੰ ਲੋੜ ਹੈ ਔਰ ਯੰਗ ਫੈਮਲੀਜ਼ ਜਦੋਂ ਯੰਗ ਫੈਮਲੀਜ਼ ਦੀ ਹੈਲਪ ਕਰਾਂਗੇ ਤਾਂ ਉਹਦੇ ਨਾਲ ਕੀ ਹੁੰਦਾ ਕਿ ਇੱਕ ਪ੍ਰੋਡਕਟਿਵਿਟੀ ਵੀ ਵਧੀ ਕਿਉਂਕਿ ਅਸੀਂ ਹੋਰ ਜ਼ਿਆਦਾ ਜਿਹੜੀਆਂ ਇਸਤਰੀਆਂ ਹੈਗੀਆਂ ਨੇ ਉਹ ਵਾਪਸ ਕੰਮਾਂ 'ਤੇ ਜਾ ਸਕਦੀਆਂ। ਅੱਛਾ, ਜਦੋਂ ਗੱਲ ਆਉਂਦੀ ਹੈ BC ਦੀ ਖਾਸ ਤੌਰ 'ਤੇ ਫਿਰ ਮੈਂ ਗੱਲ ਲੋਅਰ ਮੇਨਲੈਂਡ ਦੀ ਕਰੂੰਗਾ। ਅਸੀਂ ਇਸ ਵੇਲੇ ਫੋਕਸ ਜਿਹੜਾ ਕਿਉਂਕਿ ਬਹੁਤ ਸਾਰੀ ਜਿਹੜੀ ਪੋਪੂਲੇਸ਼ਨ ਆ ਉਹ BC ਦੀ ਲੋਅਰ ਮੇਨਲੈਂਡ ਦੇ ਵਿੱਚ ਹੀ ਉਹਨਾਂ ਦਾ ਵਸੇਬਾ। 2 ਮੈਂਬਰ ਆਫ ਪਾਰਲੀਮੈਂਟ ਔਰ 2 ਕੈਬਨਿਟ ਮਿਨਿਸਟਰ ਜਿਹੜੇ ਨੇ ਉਹ ਇੱਥੇ ਰਹਿੰਦੇ ਨੇ, ਕਾਰਲਾ ਕੁਆਲਟਰੋ ਜੀ ਔਰ ਹਰਜੀਤ ਸੱਜਣ ਔਰ ਤੁਸੀਂ ਔਰ ਰਣਦੀਪ ਸਰਾਏ। ਕਿਸ ਤਰੀਕੇ ਨਾਲ ਤੁਸੀਂ ਆਵਾਜ਼ ਚੁੱਕਦੇ ਹੋ ਹਾਊਸ ਆਫ ਕਾਮਨਸ ਦੇ ਵਿੱਚ ਜਦੋਂ ਵਾਕਈ ਇੱਥੇ ਦੇ ਰੀਅਲ ਜਿਹੜੇ ਮੁੱਦੇ ਨੇ ਉਹ ਲੈ ਕੇ ਜਾਣੇ ਹੋਣ? ਕਿੰਨਾ ਕੁ ਲੋਕ ਇਸ ਵੇਲੇ ਯਕੀਨ ਕਰ ਰਹੇ ਨੇ ਲਿਬਰਲ ਸਰਕਾਰ 'ਤੇ ਜੇ ਇਲੈਕਸ਼ਨ 2 ਮਹੀਨਿਆਂ ਨੂੰ ਅਨਾਊਂਸ ਹੁੰਦੇ ਨੇ? ਦੇਖੋ ਆਪਾਂ ਇਲੈਕਸ਼ਨ ਨੂੰ ਵੀ ਪਾਸੇ ਛੱਡੀਏ ਕਿਉਂਕਿ ਜਿਹੜਾ ਮੇਨ ਫੋਕਸ ਸਾਡਾ ਜਿਹੜਾ ਸੀਗਾ ਉਹ ਇਸ ਵੇਲੇ ਵੱਧ ਰਹੀ ਪਾਪੂਲੇਸ਼ਨ ਸੀਗੀ। ਸਰੀ ਦੇ ਵਿੱਚ ਦੇਖ ਲਓ ਤਕਰੀਬਨ 1200 ਦੇ ਕਰੀਬ ਨਵੇਂ ਵਿਅਕਤੀ ਜਿਹੜੇ ਨੇ ਐਵਰੀ ਮੰਥ ਮੂਵ ਹੋ ਰਹੇ ਨੇ। ਇਸੇ ਤਰ੍ਹਾਂ ਲੈਂਗਲੀ ਦੇ ਵਿੱਚ ਹੁਣ ਤੁਸੀਂ ਦੇਖਿਆ ਕਿ ਔਰ ਇਹਦੇ ਨਾਲ ਕੀ ਆ ਫਰੇਜ਼ਰ ਵੈਲੀ ਨੂੰ ਵੀ ਇਹਦੀ ਹੈਲਪ ਹੋਣੀ। ਇਸ ਕਰਕੇ ਔਰ ਜਿਹੜੇ ਲੋਕਲ ਮੇਅਰ ਸੀਗੇ ਮੇਅਰ ਮੈਕੈਲਮ ਉਹ ਬੜੀਆਂ ਮੀਟਿੰਗਸ ਉਹਨਾਂ ਮੇਰੇ ਕੋਲ 2-3 ਵਾਰ ਉਹਨਾਂ ਨੇ ਆਏ ਘਰੇ ਮੇਰੇ ਨਾਲ ਵੀ ਪਰਸਨਲ ਤੌਰ 'ਤੇ ਮੀਟਿੰਗਸ ਕੀਤੀਆਂ ਔਰ ਰਣਦੀਪ ਉਹਨਾਂ ਦੀ ਗੱਲ ਕਰਦੇ ਕੈਨ ਹਾਰਡੀ ਨੇ ਚਾਹੇ ਹਰਜੀਤ ਸੱਜਣ ਨੇ ਸਾਡੇ ਸਾਰਿਆਂ ਨੇ ਅਸੀਂ ਰਲ ਕੇ ਜਿਹੜਾ ਸੀਗਾ ਉਹ ਇਹ ਜਿਹੜਾ ਸੀਗਾ ਉਹ ਹਰੇਕ ਕਾਕਸ ਦੇ ਵਿੱਚ ਵੀ ਉਠਾਉਂਦੇ ਸੀਗੇ, ਨੈਸ਼ਨਲ ਕਾਕਸ 'ਚ ਵੀ ਉਠਾਉਂਦੇ ਸੀ, ਮਿਨਿਸਟਰ ਦੇ ਨਾਲ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਨਾਲ। ਇਹ ਜਿਹੜਾ ਸੀਗਾ ਮਸਲਾ ਜਿਹੜਾ ਇਹ ਅਸੀਂ ਕਹਿੰਦੇ ਸੀ ਵੀ ਇੱਕ ਅਹਿਮ ਮਸਲਾ ਹੈਗਾ ਜਿਹੜਾ ਸੋਲਵ ਹੋਣਾ ਚਾਹੀਦਾ। ਔਰ ਇਹ ਜਦੋਂ ਦੇਖਿਆ ਕਿ ਪ੍ਰਧਾਨ ਮੰਤਰੀ ਉਹਨਾਂ ਨੇ BC ਖੁੱਲ੍ਹਿਆ ਤਾਂ ਪਹਿਲੀ ਜਿਹੜੀ ਅਨਾਊਂਸਮੈਂਟ ਜਿਹੜੀ ਕੀਤੀ ਹੈਗੀ ਆ ਇਨਫਰਾਸਟਰਕਚਰ 'ਤੇ ਤਾਂ ਉਹ BC ਦੇ ਵਿੱਚ ਇਹ ਕੀਤੀ ਇੱਕ ਬਹੁਤ ਵਧੀਆ ਜਿਹੜੀ ਹੈਗੀ ਆ ਇਨਵੈਸਟਮੈਂਟ ਹੈਗੀ ਆ। ਔਰ ਇੱਕ ਬਹੁਤ ਖੁਸ਼ਖਬਰੀ ਦੀ ਗੱਲ ਜਿਹੜੀ ਹੈਗੀ ਇਹ BC ਦੇ ਨਿਵਾਸੀਆਂ ਲਈ ਫਰੇਜ਼ਰ ਵੈਲੀ, ਲੋਅਰ ਮੇਨਲੈਂਡ, ਸਰੀ, ਲੈਂਗਲੀ ਦੇ। ਅੱਛਾ, ਪਰ ਜਿਸ ਤਰੀਕੇ ਦੇ ਨਾਲ ਸਾਡੀ ਪੋਪੂਲੇਸ਼ਨ ਇੱਥੇ ਵੱਧ ਰਹੀ ਹੈ, ਕਲਾਈਮੇਟ ਚੇਂਜ ਜਿਹੜਾ ਉਹ ਸੈਕਿੰਡ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਇਸ਼ੂ ਬਣ ਕੇ ਚੈਲੰਜ ਬਣ ਕੇ ਸਾਹਮਣੇ ਆ ਰਿਹਾ। ਔਰ ਡੈਫੀਨੇਟਲੀ ਲਿਬਰਲ ਸਰਕਾਰ ਨੇ ਵੀ ਬਹੁਤ ਕੁਝ ਸੋਚਿਆ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹੈ ਕਿ ਜ਼ੀਰੋ ਐਮਿਸ਼ਨ ਕਰ ਦੇਣੀ ਹੈ 2050 ਤੱਕ। ਪਰ ਜਦੋਂ ਅਸੀਂ ਇਸ ਤਰ੍ਹਾਂ ਦੀ ਡੈਂਸਲੀ ਪੋਪੂਲੇਟਡ ਏਰੀਆਜ਼ ਦੀ ਗੱਲ ਕਰਦੇ ਹਾਂ ਇਹਨਾਂ ਵਿੱਚ ਕਿਵੇਂ ਕਲਾਈਮੇਟ ਚੇਂਜ ਜਾਂ ਜਿਹੜੀਆਂ ਅਸੀਂ ਇਨਵਾਇਰਮੈਂਟ ਸੇਵ ਕਰਨ ਦੀ ਗੱਲ ਕਰਦੇ ਹਾਂ ਉਹਦੇ ਵਾਸਤੇ ਕੰਮ ਕੀਤਾ ਜਾਊਗਾ? ਦੇਖੋ ਉਹਦੇ ਵਿੱਚ ਜੇ ਦੇਖਦੇ ਹੈਗੇ ਆ ਤਾਂ ਜਿਹੜੇ ਪਿੱਛੇ 200 ਬੱਸ ਜਿਹੜੀਆਂ ਸੀਗੀਆਂ ਉਹ ਪਾਈਆਂ ਗਈਆਂ ਜਿਹੜੀਆਂ CNG ਬੱਸਿਸ ਤਾਂ ਕਿ ਮਿਸ਼ਨਸ ਹੁਣ ਜਿਸ ਤਰ੍ਹਾਂ ਆਪਾਂ ਇਹ ਸਕਾਈ ਟ੍ਰੇਨ ਦੀ ਗੱਲ ਕਰਦੇ ਹਾਂ ਔਰ ਟਰੀਜ਼ ਲਾਉਣ ਦੀ ਗੱਲ ਕਰਦੇ ਹੈਗੇ ਆ ਜਿਹੜੇ ਹਰ ਜਿਹੜਾ ਇਸ਼ੂ ਹੈਗਾ ਕਿਉਂਕਿ ਬਿੱਲ C-12 ਜਿਹੜਾ ਉਹ ਲੈ ਕੇ ਆਉਂਦਾ ਚਾਹੇ ਕੰਜ਼ਰਵੇਟਿਵ ਪਾਰਟੀ ਨੇ ਬੜਾ ਹਾਰਡ ਟਾਈਮ ਦਿੱਤਾ ਉਸ ਨੂੰ ਅੱਗੇ ਵਧਾਉਣ ਵਾਸਤੇ ਪਰ ਉਹ ਕਲੀਅਰ ਜਿਹੜਾ ਸੀਗਾ ਉਹ ਟਾਰਗੇਟ ਸੈੱਟ ਕਰਦਾ ਹੈਗਾ ਕਿ 2050 ਤੱਕ ਜਿਹੜਾ ਹੈਗਾ ਜ਼ੀਰੋ ਨੈਟ ਐਮਿਸ਼ਨ ਜਿਹੜੇ ਨੇ ਉਹ ਅਸੀਂ ਕ੍ਰੀਏਟ ਕਰਾਂਗੇ ਔਰ ਉਹ ਜਿਹੜਾ ਸੋ ਫਾਰ ਔਨ ਸਕੈਜੂਲ ਜਿਹੜਾ ਸੀਗਾ ਉਹ ਚੱਲਦਾ ਪਿਆ ਹੈਗਾ। ਧਾਲੀਵਾਲ ਸਾਹਿਬ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਮੈਂ ਗੱਲ ਕਹੀ ਸੀ ਕਿ ਆਪਾਂ ਸਰੀ ਨਿਊਟਨ ਦੇ ਬਾਰੇ ਗੱਲ ਕਰਾਂਗੇ। ਅਕਸਰ ਇਹ ਕਿਹਾ ਜਾਂਦਾ ਕਿ ਤੁਸੀਂ ਭੋਗਾਂ 'ਤੇ ਬਹੁਤ ਜਾਂਦੇ ਹੋ, ਤੁਸੀਂ ਲੋਕਾਂ ਦੇ ਫੰਕਸ਼ਨਸ 'ਤੇ ਬਹੁਤ ਜਾਂਦੇ ਹੋ ਔਰ ਕੰਮ ਜਿਹੜਾ ਉਹ ਕਈ ਵਾਰੀ ਕਿਹਾ ਜਾਂਦਾ ਕਿ ਸ਼ਾਇਦ ਤੁਹਾਡਾ ਜਿਹੜਾ ਉਹ ਕਿਤੇ ਨਾ ਕਿਤੇ ਉਹਦੇ ਕਰਕੇ ਕੰਪਰੋਮਾਈਜ਼ ਹੋ ਜਾਂਦਾ, ਕੰਮ ਜਿਹੜਾ ਉਹਨੇ ਤਰੀਕੇ ਨਾਲ ਨਹੀਂ ਹੁੰਦਾ, ਪਰ ਤੁਸੀਂ ਵਿਜ਼ੀਬਿਲਿਟੀ ਜਿਹੜੀ ਆਪਣੀ ਜ਼ਰੂਰ ਰੱਖਦੇ ਹੋ। ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਬਿਲਕੁਲ ਸਮੀਰ ਜੀ, ਜਿਹੜਾ ਤੁਸੀਂ ਕਿਹਾ ਇਨਫੈਕਟ ਮੈਂ ਆਈ ਟੇਕ ਪ੍ਰਾਈਡ ਇਹਦੇ ਵਿੱਚ। ਮੈਂ ਮਾਣ ਮਹਿਸੂਸ ਕਰਦਾ ਕਿ ਮੈਂ ਜਿਹੜੇ ਨੇ ਲੋਕਾਂ ਦੇ ਜੇ ਮੈਨੂੰ ਬੁਲਾਉਂਦੇ ਨੇ ਆਪਣੇ ਫੰਕਸ਼ਨ 'ਤੇ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਮੈਂ ਸ਼ਰੀਕ ਹੁੰਦਾ ਕਿਉਂਕਿ ਲੋਕਾਂ ਨੇ ਜਿਹੜੇ ਸਰੀ ਨਿਊਟਨ ਦੇ ਜਾਂ ਬਾਹਰ ਵੀ ਨੇ ਉਹਨਾਂ ਨੇ ਮੈਨੂੰ ਆਪਣੇ ਪਰਿਵਾਰ ਦਾ ਅੰਗ ਬਣਾਇਆ। ਉਹ ਮੇਰੇ ਪਰਿਵਾਰ ਦਾ ਅੰਗ ਨੇ। ਸੋ ਪਰਿਵਾਰਕ ਤੌਰ 'ਤੇ ਮੈਂ ਜਿੱਥੇ ਦੁੱਖ ਸੁੱਖ 'ਚ ਉਹਨਾਂ ਦੇ ਸ਼ਰੀਕ ਹੁੰਦਾ ਉਹਦਾ ਮੈਨੂੰ ਮਾਣ ਵੀ। ਜਿੱਥੇ ਕੰਮ ਕਰਨ ਦੀ ਗੱਲ ਆਉਂਦੀ ਆ ਇਨਫੈਕਟ ਮੈਨੂੰ ਦੂਸਰਿਆਂ MP ਨਾਲੋਂ ਵੀ ਜ਼ਿਆਦਾ ਜੇ ਇਸ ਵੇਲੇ ਸਾਰਿਆਂ ਨਾਲੋਂ ਜ਼ਿਆਦਾ ਤੁਸੀਂ ਪੁੱਛੋ ਕਿਸੇ MP 'ਤੇ ਲੋਡ ਹੈਗਾ ਜਾ ਕੇ ਇਮੀਗ੍ਰੇਸ਼ਨ ਮੰਤਰੀ ਨੂੰ ਪੁੱਛ ਲਓ ਉਹ ਤੁਹਾਨੂੰ ਦੱਸ ਦੇਣਗੇ ਵੀ ਸਰੀ ਨਿਊਟਨ ਆ ਜਿਹਦੇ ਵਿੱਚ ਸਾਰਿਆਂ ਨੂੰ ਕਿਉਂਕਿ ਮੈਂ ਇੱਕੋ ਇੱਕ ਕੰਸਟੀਟੂਐਂਸੀ ਮੈਂ ਉੱਥੇ ਹੈਗਾ। ਕਿਤੋਂ ਵੀ ਮੈਨੂੰ ਕੋਈ ਟੋਰਾਂਟੋ ਤੋਂ ਫੋਨ ਕਰੀ ਜਾਂਦਾ, ਕੋਈ ਅਲਬਰਟਾ ਤੋਂ ਕਰੀ ਜਾਂਦਾ, ਕੋਈ ਇੱਥੋਂ ਕਿਸੇ ਹੋਰ ਕੰਸਟੀਟੂਐਂਸੀ ਤੋਂ ਕਰਦਾ। ਮੈਂ ਕਿਸੇ ਨੂੰ ਅਸੀਂ ਨਾ ਨਹੀਂ ਕਰਦੇ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਉਹਨਾਂ ਦੇ ਲਈ ਕੰਮ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ। ਇਹ ਜਿਹੜਾ ਕੰਮ ਆ ਸਾਡੇ 'ਤੇ ਅਸੀਂ ਇਹ ਨਹੀਂ ਵੀ ਆਪਣੀ ਦਾਰਾ ਉਹ ਇੱਕ ਤਾਂ ਉਹ ਸਾਡਾ ਕੰਮ ਵੱਧ ਗਿਆ ਔਰ ਦੂਸਰਾ ਐਕਸੈਸੀਬਿਲਿਟੀ ਦੀ ਗੱਲ ਕੀਤੀ। ਇੱਕੋ ਹੀ ਟੈਲੀਫੋਨ ਨੰਬਰ ਮੇਰਾ ਹੈਗਾ ਉਹ ਪੱਕਾ ਦਿੱਤਾ ਹੋਇਆ ਸਾਰਿਆਂ ਨੂੰ। ਉਹ ਜਦੋਂ ਵੀ ਕਾਲ ਕਰਦੇ ਆ ਕਿਸੇ ਨੂੰ ਐਮਰਜੈਂਸੀ ਆ ਦਿਨ ਰਾਤ ਉਹਨਾਂ ਦੀ ਮਦਦ। ਔਰ ਕੰਮ ਦੀ ਗੱਲ ਕਰਦੇ ਆ ਵੀ ਦੇਖੋ ਪਾਰਲੀਮੈਂਟ ਜਿੰਨੀ ਡਿਊਟੀ ਆ ਉਹ ਤਾਂ ਹਰੇਕ MP ਨੂੰ ਕਰਨੀ ਪੈਣੀ। ਅੱਗੇ ਮੇਰੇ ਕੋਲ ਇੱਕ ਕਮੇਟੀ ਹੁੰਦੀ ਸੀ, ਇਕੱਲੀ ਹੁੰਦੀ ਸੀ ਇੰਟਰਨੈਸ਼ਨਲ ਟ੍ਰੇਡ,
ਉਹ ਮੈਂ ਉਹਦੇ 'ਤੇ ਰਿਹਾ। ਪਰ ਹੁਣ ਮੈਂ ਦੇਖਿਆ ਸੀ ਕਿਉਂਕਿ ਇਮੀਗ੍ਰੇਸ਼ਨ ਦੀ ਸਮੱਸਿਆ ਜਿਹੜੀ ਆ ਉਹ ਵੱਡੀ ਸਮੱਸਿਆ ਬਣੀ ਹੋਈ ਸੀ। ਔਰ ਵਿਪ ਨੇ ਜਦੋਂ ਮੈਨੂੰ ਕਿਹਾ ਵੀ ਇਹ ਹੋਈ ਗੱਲਬਾਤ, ਤਾਂ ਮੈਂ ਦੂਸਰੀ ਕਮੇਟੀ ਅਤੇ 2 ਕਮੇਟੀਜ਼ ਲਈਆਂ। ਜਦੋਂ 2 ਕਮੇਟੀ ਲੈਣੀਆਂ ਤਾਂ ਡਬਲ ਵਰਕ ਜਿਹੜਾ ਇਨਫੈਕਟ ਜਿਹੜਾ ਉਹ ਮੇਰਾ ਵੱਧ ਗਿਆ। ਔਰ ਪਰ ਉਹਦੇ ਨਾਲ ਇੱਕ ਚੀਜ਼ ਮੈਨੂੰ ਜ਼ਰੂਰ ਹੋਈ ਕਿ ਇਸ ਕਮੇਟੀ 'ਤੇ ਬੈਠ ਕੇ ਜਦੋਂ ਮੈਂ ਮਿਨਿਸਟਰ ਦੇ ਨਾਲ ਵਾਰਤਾਲਾਪ ਕਰਦਾ ਸੀ, ਉਹਦਾ ਜਿਹੜਾ ਫਾਇਦਾ ਹੈਗਾ ਉਹ ਆਮ ਸਧਾਰਨ ਲੋਕਾਂ ਨੂੰ ਹੋਇਆ, ਜਿਹਦੇ ਵਿੱਚ ਤੁਸੀਂ ਰੀਸੈਂਟਲੀ ਦੇਖ ਰਹੇ ਹੋ ਜਿਹੜੀ ਅਸੀਂ ਉਹਨਾਂ ਨੂੰ ਐਡਵੋਕੇਸੀ ਕਰਦੇ ਸੀਗੇ ਵੀ ਜਿਹੜੀਆਂ ਜੀ LMIs ਦੇ ਕਰਕੇ ਲੋਕਾਂ ਨੂੰ ਔਖਾ ਹੋਣਾ ਪੈ ਰਿਹਾ, ਉਸ ਨੂੰ ਮੱਦੇਨਜ਼ਰ ਰੱਖਦੇ ਹਾਂ ਇਸ ਵੇਲੇ 90,000 ਜਿਹੜੀਆਂ ਪੋਜੀਸ਼ਨ ਕੱਢੀਆਂ ਜਿਹਦੇ ਵਿੱਚ ਹਜੇ ਤਾਈਂ ਭਰੀਆਂ ਨਹੀਂ ਪੂਰੀਆਂ ਐਪਲੀਕੇਸ਼ਨ। ਕਿਉਂਕਿ ਉਹਦੇ ਵਿੱਚ ਹਰੇਕ ਨੂੰ ਮੌਕਾ ਦੇ ਦਿੱਤਾ ਵੀ ਜਿਹਦੇ 4 ਸਕੋਰ ਹੈਗਾ ਵਾ ਆਇਲਸ ਦਾ, ਉਹ ਚਾਹੇ ਫਾਰਮ ਵਰਕਰ ਆ ਚਾਹੇ ਉਹ ਪ੍ਰੋਫੈਸ਼ਨਲ ਹੈਗਾ ਵਾ ਕੋਈ, ਉਹ ਸਾਰੇ ਉਹਦੇ ਵਿੱਚ ਜਿਹੜੇ ਨੇ ਉਹ ਫਿੱਟ ਹੁੰਦੇ ਹੈਗੇ। ਪਰ ਇਹ ਅਕਸਰ ਕਿਹਾ ਜਾਂਦਾ ਕਿ ਤੁਸੀਂ ਸਰੀ 'ਚ ਬਹੁਤ ਸਾਰੇ ਲੋਕਾਂ ਨੂੰ ਲੈ ਆਂਦਾ, ਤੁਹਾਡੇ ਕਰਕੇ ਤੁਸੀਂ ਲੈਟਰ ਫੱਟ ਹੀ ਦੇ ਦਿੰਦੇ ਹੋ ਹਰੇਕ ਨੂੰ ਕਿ ਆ ਜਾਣ। ਤੁਹਾਨੂੰ ਨਹੀਂ ਲੱਗਦਾ ਕਿ ਇਹ ਕਿਤੇ ਨਾ ਕਿਤੇ ਲੋਕ ਇਹਦਾ ਸਵਾਲ ਜ਼ਰੂਰ ਚੁੱਕਣਗੇ ਕਿ ਕਿਉਂ ਤੁਸੀਂ ਇਹਨਾਂ ਲੋਕਾਂ ਨੂੰ ਬੁਲਾ ਰਹੇ ਹੋ? ਕਿਉਂ ਦੇਖੋ, ਲੋਕਾਂ ਨੂੰ ਬੁਲਾਉਣ ਦੀ ਗੱਲ ਕਰਦੇ ਹੈਗੇ ਆ, ਜਦੋਂ ਕੋਈ ਆਉਂਦਾ ਹੈਗਾ ਬੁਲਾਉਣਾ ਫਰਜ਼। ਪਰ ਮੈਂ ਇੱਕ ਚੀਜ਼ ਕਹਿ ਸਕਦਾ ਵੀ ਜਿਹਨੂੰ ਮੈਂ ਪਰਸਨਲ ਤੌਰ 'ਤੇ ਜਿਹਨੂੰ ਮੈਂ ਲੈ ਕੇ ਆਉਂਦਾ ਮਿਨਿਸਟਰੀਅਲ ਅਪਾਇੰਟਮੈਂਟ 'ਤੇ, ਇੱਕ ਵੀ ਬੰਦਾ ਅੱਜ ਤੱਕ ਮੈਨੂੰ ਬੇਟਰੇ ਨਹੀਂ ਕੀਤਾ ਔਰ ਸਾਰੇ ਦੇ ਸਾਰੇ ਜਿਹੜੇ ਨੇ ਉਹ ਵਾਪਸ ਜਿਹੜੇ ਨੇ ਉਹ ਗਏ ਹੈਗੇ ਆ। ਇਹ ਲੋਕਾਂ ਨੇ ਵੀ ਮੈਨੂੰ ਸਾਥ ਆ। ਪਰ ਜਦੋਂ ਦੂਸਰੀ ਗੱਲ ਹੈਗੀ, ਆਪਾਂ ਹੁਣ ਅੱਜ ਗੱਲ ਕਰਦੇ ਕਿ 90,000 ਅਸੀਂ ਇਹ ਕੱਢੀਆਂ, 27,232 ਪਹਿਲਾਂ ਕੀਤੀਆਂ। LMIA ਦਾ ਜਿਹੜਾ ਅਬਿਊਜ਼ ਹੋ ਰਿਹਾ ਉਹਨੂੰ ਰੋਕਣ ਵਾਸਤੇ ਵੀ ਕੋਈ ਸਟੈਪ ਜਿਹੜਾ ਤੁਸੀਂ ਚੁੱਕੋਗੇ ਆਪਣੇ ਵੱਲੋਂ? ਬਿਲਕੁਲ, ਅਸੀਂ ਜਿਹੜਾ ਐਵਰੀ ਜਿਹੜਾ ਵਾ ਸੋ ਆਫਨ ਜਿਹੜਾ ਵਾ ਅਸੀਂ ਇਹ ਕਾਕਸ ਦੇ ਵਿੱਚ ਇਸ਼ੂ ਉਠਾਉਣੇ ਹੈਗੇ ਆ। ਔਰ ਉਸ ਨੂੰ ਮੱਦੇਨਜ਼ਰ ਰੱਖਦੇ ਹੀ ਜਿਹੜੀਆਂ ਹੁਣ ਪੋਜੀਸ਼ਨਸ ਕੱਢੀਆਂ, ਜਿਹਦੇ ਵਿੱਚ ਕਿਉਂਕਿ ਅੱਗੇ ਕੀ ਕਰਦੇ ਸੀ, ਜੇ ਸਟੂਡੈਂਟ ਸੀਗੇ ਉਹ ਸਟੂਡੈਂਟ ਪਰਮਿਟ ਲੈ ਲੈਂਦੇ ਸੀ, ਉਹਨਾਂ ਨੂੰ ਵਿਚਾਰਿਆਂ ਨੂੰ LMI ਲੈਣੀ ਪੈਂਦੀ ਸੀ। ਹੁਣ ਕੀ ਕੀਤਾ, ਜਿਹੜੀਆਂ ਆਹ 40,000 30,000 ਅਤੇ 20,000 ਜਿਹੜੀਆਂ 90,000 ਪੋਜੀਸ਼ਨ ਕੱਢੀ ਆ, ਔਰ ਉਹਦੇ ਵਿੱਚ ਉਹਨਾਂ ਨੂੰ ਕਿਸੇ ਨੂੰ ਵੀ ਜਿਹੜੀ ਆ ਉਹ LMI ਦੀ ਲੋੜ ਨਹੀਂ ਹੈਗੀ। ਠੀਕ ਹੈ ਨਾ? ਇਹਦਾ ਮਤਲਬ ਹੋਇਆ ਕਿ ਜਿੰਨੀ ਵੀ ਅਸੀਂ ਵੱਧ ਤੋਂ ਵੱਧ ਹੈਲਪ ਕੀਤੀ, ਉਹਦੇ ਨਾਲ ਕੀ ਆ ਜਿਹੜਾ ਵਿਊਜ਼ ਆ ਉਹ ਰੁਕਿਆ। ਉਸ ਤੋਂ ਪਹਿਲਾਂ 27,232 ਐਪਲੀਕੇਸ਼ਨ ਜਿਹੜੀਆਂ ਪਹਿਲਾਂ ਅਸੀਂ ਕੀਤੀਆਂ, ਜਿਹਦੇ ਵਿੱਚ 75 ਪੁਆਇੰਟ ਜਿਹੜੇ ਸੀਗੇ ਉਹ ਕਿਤੇ ਲੋਐਸਟ ਐਵਰ। ਉਹ 75 ਪੁਆਇੰਟ ਦੇ ਨਾਲ ਤਾਂ ਜਿਹੜਾ ਵੀ 30 ਸਾਲ ਤੋਂ ਥੱਲੇ ਉਮਰ ਹੈਗੀ ਜਿਹਦੀ, ਉਹ ਡਜਨ ਮੈਟਰ ਉਹਨੇ ਕੀ ਕੀਤਾ, ਉਹ ਪੱਕੇ ਜਿਹੜੇ ਸੀਗੇ ਉਸ ਦੇ ਵਿੱਚ ਹੋ ਜਾਂਦੇ ਸੀ ਐਜ਼ ਲੌਂਗ ਐਜ਼ ਮਿਨੀਮਮ। ਸੋ ਇਹ ਜਿਹੜੇ ਐਵਰੀ ਡੇ ਸਟੈਪਸ ਅਸੀਂ ਲੈ ਰਹੇ ਹਾਂ, ਉਹ ਜਿਹੜਾ ਉਹ ਵਿਊਜ਼ ਆ ਉਹਨੂੰ ਰੋਕਣ ਦੇ ਲਈ ਅਸੀਂ ਯਤਨ ਜਿਹੜਾ ਵਾ ਸਾਡੇ ਮਿਨਿਸਟਰ ਵੀ ਕਰ ਰਹੇ ਨੇ, MP ਜਿਹੜੇ ਨੇ ਉਹ ਵੀ ਐਡਵੋਕੇਸੀ ਜਿਹੜੀ ਆ ਉਹ ਕਰ ਰਹੇ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਇਮੀਗ੍ਰੇਸ਼ਨ ਜਿਹੜੀ ਆ, ਹੁਣ ਅਸੀਂ 1.2 ਮਿਲੀਅਨ ਪੀਪਲ 3 ਸਾਲਾਂ 'ਚ ਲੈ ਕੇ ਆਉਣੇ ਆ। ਠੀਕ ਹੈ ਨਾ? ਜੇ ਉਹ ਲੈ ਕੇ ਆਉਣੇ ਪੈਂਡੈਮਿਕ ਦੇ ਦੌਰਾਨ, ਹੋਰ ਤਾਂ ਕੋਈ ਤਰੀਕਾ ਨਹੀਂ ਸੀ। ਅਸੀਂ ਕਿਹਾ ਵੀ ਜਿਹੜੇ ਇਨਲੈਂਡ ਹੈਗੇ, ਇੱਥੇ ਬੈਠੇ ਨੇ ਲੋਕ, ਅਸੀਂ ਉਹਨਾਂ ਨੂੰ ਪੱਕਾ ਕਰੀਏ। ਕਿਉਂਕਿ ਜਦੋਂ ਅਸੀਂ ਹੁਣ ਅੱਗੇ ਦੇਖਦੇ ਹਾਂ ਨਾ ਸਮੀਰ ਜੀ, ਸਾਡੀ ਐਲਡਰਲੀ ਪਾਪੂਲੇਸ਼ਨ ਵੱਧ ਰਹੀ ਆ। ਜੇ ਅਸੀਂ ਆਪਣਾ ਸੋਸ਼ਲ ਬੈਨੀਫਿਟਸ ਜਿਹੜੇ ਨੇ ਉਹ ਬਰਕਰਾਰ ਰੱਖਣੇ ਹੈਗੇ ਆ, ਤਾਂ ਸਾਨੂੰ ਯੰਗ ਪੀਪਲ ਜਿਹੜੇ ਨੇ ਉਹ ਵਰਕਫੋਰਸ ਦੇ ਵਿੱਚ ਲੈ ਕੇ ਆਉਣ ਪੈਣਗੇ, ਤਾਂ ਕਿ ਉਹ ਲੰਮੇ ਸਮੇਂ ਲਈ ਇੱਥੇ ਟੈਕਸ ਦੇ ਸਕਣ। ਜਦੋਂ ਟੈਕਸ ਦੇਣਗੇ ਤਾਂ ਉਹ ਜਿਹੜੇ ਲੋਕ ਰਿਟਾਇਰਮੈਂਟ 'ਚ ਜਾ ਰਹੇ ਨੇ। ਫੈਮਿਲੀ ਰੀਯੂਨੀਫਿਕੇਸ਼ਨ ਵਾਸਤੇ ਵੀ ਕੁਝ ਕਰੋਗੇ? ਜਿਹੜੇ ਬਜ਼ੁਰਗ ਮਾਪੇ ਜਿਨ੍ਹਾਂ ਦੇ ਬੈਠੇ ਆ, ਦੇਖੋ ਸਾਰਿਆਂ ਨਾਲੋਂ ਪਹਿਲਾਂ ਆਪਾਂ ਗੱਲ ਕਰਦੇ ਫੈਮਿਲੀ ਰੀਯੂਨੀਫਿਕੇਸ਼ਨ ਦੀ, ਉਹਦੇ ਵਿੱਚ ਇੱਕ ਵੱਡਾ ਸਟੈਪ ਲਿਆ ਸੀ। ਸਾਰਿਆਂ ਨਾਲੋਂ ਪਹਿਲੀ ਪ੍ਰਾਇਓਰਟੀ ਜਿਹੜੀ ਸੀਗੀ ਉਹ ਅਸੀਂ ਫੈਮਿਲੀ ਕਲਾਸ ਨੂੰ ਦਿੱਤੀ। ਫੈਮਿਲੀ ਕਲਾਸ ਦੇ ਵਿੱਚ ਜਿਹੜੇ ਜਿਵੇਂ ਸਪਾਊਸਲ ਹੋ ਗਏ, ਜਦੋਂ ਆਪਾਂ ਪਿਛਲੀ ਗਵਰਨਮੈਂਟ ਦੇਖਦੇ ਹਾਂ, ਕੰਜ਼ਰਵੇਟਿਵ ਗਵਰਨਮੈਂਟ ਦੇ ਵਿੱਚ ਤਕਰੀਬਨ 3 ਸਾਲ ਲੱਗ ਜਾਂਦੇ ਸੀਗੇ ਸਪਾਊਸ ਨੂੰ ਆਉਣ ਵਾਸਤੇ। ਅਸੀਂ ਕਿਹਾ ਵੀ ਹਰ ਇੱਕ ਸਪਾਊਸ ਜਿਹੜਾ ਉਹ 1 ਸਾਲ ਤੋਂ ਜੇ ਥੱਲੇ ਅਨਲੈਸ ਕੋਈ ਕੰਪਲੀਕੇਟਡ ਫਾਈਲ ਹੈਗੀ ਆ, ਉਹ 1 ਸਾਲ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਅਸੀਂ ਇੱਥੇ ਲੈ ਕੇ ਆਂਦਾ ਕਈ 6 ਮਹੀਨੇ 'ਚ। ਔਰ ਪਿਛਲੇ ਸਾਲ ਜਿਹੜਾ ਸੀ 50,000 ਜਿਹੜੀਆਂ ਐਪਲੀਕੇਸ਼ਨ ਸੀ ਇੱਕਦਮ ਜਿਹੜੀਆਂ ਉਹ ਦਸੰਬਰ 'ਚ ਹੀ ਜਿਹੜਾ ਸੀ ਉਹ ਫੈਸਲਾ। ਹੁਣ ਵੀ ਅਸੀਂ ਉੱਥੇ ਔਰ ਪੇਰੈਂਟਸ ਦੀ ਗੱਲ ਕਰਦੇ ਹੈਗੇ ਆ, ਔਰ ਪੇਰੈਂਟਸ ਦੀ ਐਂਡ ਗ੍ਰੈਂਡ ਪੇਰੈਂਟਸ ਦੀ ਵੀ ਜੇ ਦੇਖੋ, ਪਿਛਲੀ ਸਰਕਾਰ ਨੇ ਜਿਹੜਾ ਸੀਗਾ ਤਕਰੀਬਨ 5,000 ਐਪਲੀਕੇਸ਼ਨ ਲੈਂਦੇ, ਆਲਮੋਸਟ ਜਿਹੜੇ ਜੇਸਨ ਕੈਨੀ ਉਹਨਾਂ ਨੇ ਆ ਕੇ ਸਿਸਟੈਮੈਟਿਕਲੀ ਬੰਦ ਕਰ ਦਿੱਤਾ ਸੀ ਵੀ ਅਸੀਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ। ਪਰ ਅਸੀਂ ਆਉਂਦਿਆਂ ਅਸੀਂ ਡਬਲ ਵਾਅਦਾ ਕੀਤਾ ਸੀ 10,000, ਪਰ ਜੇ ਤੁਸੀਂ ਐਵਰੇਜ ਕੱਢੋ ਤਾਂ ਅੱਜ ਤੱਕ ਤਾਂ ਉਹ 20,000 ਤੋਂ ਉੱਤੇ ਐਪਲੀਕੇਸ਼ਨ ਜਿਹੜੀ ਆ ਐਵਰੇਜ ਨਿਕਲਦੀ ਹੈਗੀ। ਜਿਹੜੇ 4 ਗੁਣਾ ਜਿਹੜੀਆਂ ਐਪਲੀਕੇਸ਼ਨਸ ਉਹਨਾਂ ਨੂੰ ਇਸ ਸਾਲ ਦੇ ਵਿੱਚ ਹੀ ਲੋਨ ਅਸੀਂ ਜਿਹੜੀਆਂ 30,000 ਐਪਲੀਕੇਸ਼ਨ ਲੈਣ ਜਾ ਰਹੇ ਹਾਂ। ਜਾਂਦੇ ਜਾਂਦੇ ਕੀ ਆਪਣੇ ਵੱਲੋਂ ਇੱਕ ਸੰਖੇਪ 'ਚ ਮੈਸੇਜ ਦੇਣਾ ਚਾਹੋਗੇ, ਕਿਉਂਕਿ ਸਮਾਂ ਸਾਡੇ ਕੋਲ ਘੱਟ ਹੈ, ਆਪਣੇ ਵੱਲੋਂ BC ਦੇ ਲੋਕਾਂ ਨੂੰ, ਖਾਸ ਤੌਰ 'ਤੇ ਸਰੀ ਨਿਊਟਨ ਦੇ ਲੋਕਾਂ ਨੂੰ? ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ
ਵੀ ਜਿਹਦੇ ਵਿੱਚ ਤੁਹਾਡਾ ਵੀ ਧੰਨਵਾਦ, ਕਿਉਂਕਿ ਤੁਸੀਂ ਮੀਡੀਆ ਦੇ ਦੌਰਾਨ ਥਰੂ ਜਿਹੜਾ ਹੈਗਾ ਉਹ ਪੈਂਡੈਮਿਕ ਨੂੰ ਠੱਲ ਪਾਉਣ ਦੇ ਵਿੱਚ ਬੜੀ ਮਦਦ ਕੀਤੀ, ਕਿਉਂਕਿ ਟਾਈਮਲੀ ਇਨਫੋਰਮੇਸ਼ਨ ਦਿੱਤੀ। ਔਰ ਮੈਂ ਸ਼ੇਰੇ ਪੰਜਾਬ ਦਾ ਮਿਸਟਰ ਬਾਦ, ਸਾਰੇ ਬਾਦ ਪਰਿਵਾਰ ਦਾ, ਔਰ ਸਾਰੇ ਤੁਹਾਡੇ ਡਾਇਰੈਕਟਰ ਜਿਹੜੇ ਵੀ ਜਿੰਨੇ ਵੀ ਤੁਸੀਂ ਹੋਸਟ ਹੈਗੇ ਹੋ, ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਜਿਹੜਾ ਉਹ ਪਾਇਆ ਹੈਗਾ। ਔਰ ਉਸ ਤੋਂ ਬਾਅਦ ਜਿਹੜਾ ਮੈਂ ਲੋਕਾਂ ਦਾ ਧੰਨਵਾਦ ਕਰਦਾ, ਕਿਉਂਕਿ ਜੇ ਲੋਕ ਸਾਥ ਨਾ ਦਿੰਦੇ ਗੌਰਮੈਂਟ ਦਾ ਔਰ ਸਾਡੀ ਮੈਡੀਕਲ ਅਥਾਰਟੀਜ਼ ਦਾ, ਤਾਂ ਅਸੀਂ ਇਸ ਨੂੰ ਅੱਜ ਜਿਹੜਾ ਓਪਨ ਕੀਤਾ ਤਾਂ ਉਹਨੂੰ ਓਪਨ ਸ਼ਾਇਦ ਇੱਦਾਂ ਨਾ ਬਹਿ ਸਕੇ ਹੁੰਦੇ, ਨਾ ਬਹਿ ਸਕਦੇ। ਸੋ ਉਹਨਾਂ ਦਾ ਧੰਨਵਾਦ। ਬਸ ਇਹੀ ਕਹਿਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਧਿਆਨ ਰੱਖੀਏ ਅਸੀਂ ਸਟਿਲ, ਤਾਂ ਕਿ ਜਿੰਨੇ ਪ੍ਰੀਕਾਸ਼ਨਸ ਲੈ ਸਕਦੇ ਆ ਉਹ ਸਾਨੂੰ ਹਜੇ ਵੀ ਲੈਣੇ ਚਾਹੀਦੇ ਆ। ਬਾਕੀ ਗੌਰਮੈਂਟ ਜਿੱਥੇ ਸਾਡੀ ਹੈਗੀ ਆ ਉਹ ਪੂਰੀ ਕਮਿਟਡ ਹੈਗੀ। ਪ੍ਰਾਈਮ ਮਿਨਿਸਟਰ ਅਤੇ ਕੈਬਨਿਟ ਅਤੇ ਲਿਬਰਲ ਪਾਰਟੀ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਇਕਨੋਮਿਕ ਰਿਕਵਰੀ ਲੈ ਕੇ ਆਉਣ ਵਾਸਤੇ ਜਿਹੜੀ ਹੈਗੀ ਆ ਉਹ ਵਚਨਬੱਧ ਆ। ਜਿਸ ਤਰ੍ਹਾਂ ਪਿੱਛੇ ਅਸੀਂ ਟੇਕ ਕੇਅਰ ਕੀਤੀ ਹੈਗੀ ਆ ਪੈਂਡੈਮਿਕ ਦੇ ਦੌਰਾਨ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨੇ ਐਸੀਆਂ ਪਾਲਿਸੀਜ਼ ਜਿਹੜੀਆਂ ਇਕਨੋਮਿਕ ਪਾਲਿਸੀ ਲੈ ਕੇ ਆਵਾਂਗੇ ਜਿਹਦੇ ਨਾਲ ਲੋਕ ਜਿਹੜੇ ਨੇ ਉਹ ਵਾਪਸ ਕੰਮਾਂ 'ਤੇ ਜਾਣਗੇ, ਬਿਜ਼ਨਸ ਜਿਹੜੇ ਨੇ ਉਹ ਸਕਸੀਡ ਹੋਣਗੇ। ਅਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਮੇਰੇ ਪਰਸਨਲ ਤੌਰ 'ਤੇ ਵੀ, ਤੁਸੀਂ ਜਿਸ ਤਰ੍ਹਾਂ ਪਹਿਲਾਂ ਕਿਹਾ ਹੈਗਾ, ਕਿਉਂਕਿ ਇਹ ਜਿਹੜੀ ਸਪੋਰਟ ਮੈਨੂੰ, ਕਿਉਂਕਿ ਜੇ ਅੱਜ ਕੰਮ ਕਰਦਾ ਹੈਗਾ ਤਾਂ ਮੈਂ ਉਹਦੇ ਵਿੱਚ, ਕਿਉਂਕਿ ਇਹ ਨਹੀਂ ਮੈਂ ਪੋਲੀਟਿਕਸ ਦੇ ਵਿੱਚ ਜੀ ਕੋਈ ਪੈਸੇ ਨੂੰ ਜਾਂ ਸ਼ੋਹਰਤ ਨੂੰ, ਉਹ ਤਾਂ ਮੈਂ ਆਲਰੇਡੀ ਜਿਹੜਾ ਬਣਨਾ ਸੀ ਉਹ ਬਣ, ਪਰ ਮੇਰੇ ਇਹੀ ਕੋਸ਼ਿਸ਼ ਹੈਗੀ ਆ ਕਿ ਜੇ ਅੱਜ ਲੋਕਾਂ ਨੂੰ ਲੋੜ ਹੈਗੀ, ਕਿਉਂਕਿ ਲੋਕਾਂ ਨੂੰ ਉਹ ਨੁਮਾਇੰਦਾ ਚਾਹੀਦਾ ਜਿਹੜਾ ਉਹਨਾਂ ਲਈ ਐਕਸੈਸੀਬਿਲਿਟੀ ਜਿਹੜੀ ਆ ਉਹ ਹੋਵੇ, ਆਮ ਸਧਾਰਨ ਲੋਕ ਜਿਹੜੇ ਉੱਥੇ ਪਹੁੰਚ ਕਰ ਸਕਣ। ਉਸ ਲਈ ਮੈਂ ਵਚਨਬੱਧ ਹਾਂ ਅਤੇ ਮੇਰਾ ਸਾਥ ਜਿਹੜਾ ਉਹ ਦਿੰਦੇ ਰਹਿਣ। ਥੈਂਕ ਯੂ ਸੋ ਮਚ ਜੀ।